ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਰਾਜ ਦੇ ਉੱਤੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਪ੍ਰਸਿੱਧ ਸਮਰਾਟ ਰਾਜ ਕਰਦਾ ਸੀ। ਉਸ ਦੀ ਪ੍ਰਜਾ ਉਸ ਤੋਂ ਬਹੁਤ ਜ਼ਿਆਦਾ ਖੁਸ਼ ਸੀ। ਕੋਈ ਵੀ ਇਨਸਾਨ ਉਸ ਦੇ ਬਾਰੇ ਵਿੱਚ ਕੋਈ ਬੁਰੀ ਗੱਲ ਨਹੀਂ ਕਹਿੰਦਾ ਸੀ। ਪਰ ਰਾਜ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਸਮਰਾਟ ਨੂੰ ਆਪਣੇ ਆਪ ਲਈ ਬਿਲਕੁਲ ਵੀ ਸਮਾਂ ਨਹੀਂ ਮਿਲਦਾ ਸੀ। ਉਹ ਹਮੇਸ਼ਾ ਆਪਣੇ ਰਾਜ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਹੀ ਲੱਗਿਆ ਰਹਿੰਦਾ ਸੀ, ਜਿਸ ਦੇ ਕਾਰਨ ਉਹ ਆਪਣੀ ਅਧਿਆਤਮਕ ਉન્નਤੀ ਨਹੀਂ ਕਰ ਪਾ ਰਿਹਾ ਸੀ। ਅਤੇ ਉਹ ਸਮਰਾਟ ਇਸ ਗੱਲ ਨੂੰ ਲੈ ਕੇ ਚਿੰਤਤ ਸੀ, ਕਿਉਂਕਿ ਉਹ ਇਸ ਜੀਵਨ ਦੀ ਅਸਲ ਸੱਚਾਈ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਸ ਨੂੰ ਪਤਾ ਸੀ ਕਿ ਜ਼ਿੰਦਗੀ ਵਿੱਚ ਕੁਝ ਵੀ ਕਰ ਲਓ, ਕੁਝ ਵੀ ਹਾਸਲ ਕਰਨ ਜਾਂ ਗਵਾਉਣ ਵਰਗਾ ਨਹੀਂ ਰਹਿੰਦਾ। ਅਖੀਰ ਵਿੱਚ ਤਾਂ ਮੌਤ ਸਭ ਕੁਝ ਖਤਮ ਕਰ ਦਿੰਦੀ ਹੈ। ਇਸੇ ਲਈ ਉਸਨੇ ਇੱਕ ਦਿਨ ਆਪਣੇ ਰਾਜ ਦੇ ਸਾਰੇ ਮੰਤਰੀਆਂ ਅਤੇ ਵਿਦਵਾਨਾਂ ਦੀ ਸਭਾ ਬੁਲਾਈ। ਦਰਬਾਰ ਵਿੱਚ ਸਾਰੇ ਲੋਕ ਬੈਠੇ ਹੋਏ ਸਨ ਅਤੇ ਸਮਰਾਟ ਆਪਣੀ ਰਾਜਗੱਦੀ ਉੱਤੇ ਬੈਠਾ ਹੋਇਆ ਸੀ। ਸਮਰਾਟ ਨੇ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇੱਥੇ ਬੈਠੇ ਸਾਰੇ ਲੋਕ ਮੇਰੀ ਗੱਲ ਵੱਲ ਜ਼ਰਾ ਗੌਰ ਕਰਨ। ਦੇਖੋ, ਮੈਂ ਆਪਣੀ ਜ਼ਿੰਮੇਵਾਰੀਆਂ ਪੂਰੇ ਦਿਲ ਨਾਲ ਨਿਭਾ ਰਿਹਾ ਹਾਂ, ਪਰ ਇਹ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮੈਨੂੰ ਇੱਕ ਸਮੱਸਿਆ ਆ ਰਹੀ ਹੈ। ਮੇਰੇ ਕੋਲ ਥੋੜਾ ਜਿਹਾ ਸਮਾਂ ਵੀ ਨਹੀਂ ਬਚਦਾ ਕਿ ਮੈਂ ਗ੍ਰੰਥ, ਸ਼ਾਸਤਰ ਅਤੇ ਵੇਦ ਪੜ੍ਹ ਕੇ ਉਹਨਾਂ ਤੋਂ ਜੀਵਨ ਦੀ ਅਸਲੀ ਸੇਧ ਲੈ ਸਕਾਂ। ਮੈਂ ਤੁਹਾਨੂੰ ਸਾਰੇ ਵਿਦਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਇੱਕ ਸਤਰ ਦਾ ਕੋਈ ਅਜਿਹਾ ਸੂਤਰ ਦੱਸ ਦਿਓ ਜਿਸ ਵਿੱਚ ਸਾਰੇ ਸ਼ਾਸਤਰ, ਸਾਰੇ ਵੇਦ ਤੇ ਸਾਰੇ ਮੋٹے-ਮੋٹے ਗ੍ਰੰਥ ਸਮਾ ਜਾਣ, ਜਿਸ ਨਾਲ ਮੈਨੂੰ ਉਹਨਾਂ ਗ੍ਰੰਥਾਂ ਦਾ ਮੂਲ ਸਿਧਾਂਤ ਅਤੇ ਉਹਨਾਂ ਗ੍ਰੰਥਾਂ ਵਿਚਲਾ ਗਿਆਨ ਵੀ ਪਤਾ ਲੱਗ ਜਾਵੇ ਅਤੇ ਮੈਨੂੰ ਆਪਣਾ ਵਕਤ ਉਹਨਾਂ ਗ੍ਰੰਥਾਂ ਨੂੰ ਪੜ੍ਹਨ ਵਿੱਚ ਵੀ ਨਾ ਲੰਘਾਉਣਾ ਪਵੇ। ਜਿਹੜਾ ਵੀ ਵਿਦਵਾਨ ਮੈਨੂੰ ਉਹ ਸੂਤਰ ਦੱਸ ਦੇਵੇਗਾ, ਮੈਂ ਉਸ ਨੂੰ ਮੂੰਹ ਮੰਗੀ ਕੀਮਤ ਦੇਵਾਂਗਾ। ਸਮਰਾਟ ਨੇ ਉਹ ਸੂਤਰ ਲੱਭਣ ਲਈ ਆਪਣੇ ਮੰਤਰੀਆਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ। ਸਾਰੇ ਮੰਤਰੀ, ਸਾਰੇ ਵਿਦਵਾਨ ਮੋٹے-ਮੋٹے ਗ੍ਰੰਥ ਲੈ ਕੇ ਬੈਠ ਗਏ ਅਤੇ ਉਹਨਾਂ ਵਿੱਚ ਅਜਿਹਾ ਸੂਤਰ ਲੱਭਣ ਦੀ ਕੋਸ਼ਿਸ਼ ਕਰਨ ਲੱਗੇ ਜਿਸ ਵਿੱਚ ਸਾਰੇ ਗ੍ਰੰਥ ਸਮਾ ਜਾਣ। ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਕਿਸੇ ਵਿਦਵਾਨ ਨੂੰ ਅਜਿਹਾ ਸੂਤਰ ਨਹੀਂ ਮਿਲਿਆ ਜਿਹੜਾ ਜੀਵਨ ਦੇ ਸਾਰੇ ਸਾਰ ਨੂੰ ਇੱਕ ਪੰਕਤੀ ਵਿੱਚ ਸਮੇਟ ਲਵੇ। ਅਖੀਰ ਨੂੰ ਇੱਕ ਹਫ਼ਤੇ ਬਾਅਦ ਸਾਰੇ ਨਿਰਾਸ਼ ਹੋ ਕੇ ਸਮਰਾਟ ਨੂੰ ਕਹਿੰਦੇ ਹਨ ਕਿ ਮਹਾਰਾਜ, ਅਸੀਂ ਨੇ ਬਹੁਤ ਕੋਸ਼ਿਸ਼ ਕੀਤੀ, ਸਾਰੇ ਗ੍ਰੰਥ ਫਰੋਲ ਦਿੱਤੇ, ਸਾਰੇ ਸ਼ਾਸਤਰ ਪੜ੍ਹ ਲਏ, ਪਰ ਸਾਨੂੰ ਕੋਈ ਅਜਿਹਾ ਸੂਤਰ ਨਹੀਂ ਮਿਲਿਆ ਜਿਹੜਾ ਇੱਕ ਪੰਕਤੀ ਵਿੱਚ ਜੀਵਨ ਦਾ ਸਾਰ ਸਾਰਾ ਸਮੇਟ ਲਵੇ। ਤੁਸੀਂ ਖੁਦ ਹੀ ਸੋਚੋ, ਇੱਕ ਪੰਕਤੀ ਵਿੱਚ ਇੰਨੇ ਮੋٹے-ਮੋٹے ਗ੍ਰੰਥ ਕਿਵੇਂ ਸਮਾ ਸਕਦੇ ਹਨ? ਇਹ ਸੁਣ ਕੇ ਸਮਰਾਟ ਨੇ ਕਿਹਾ ਕਿ ਕੋਈ ਨਾ ਕੋਈ ਹੱਲ ਤਾਂ ਕੱਢਣਾ ਹੀ ਹੋਵੇਗਾ। ਜੇਕਰ ਤੁਹਾਡੇ ਤੋਂ ਨਹੀਂ ਹੋ ਪਾ ਰਿਹਾ ਤਾਂ ਮੈਨੂੰ ਕਿਸੇ ਅਜਿਹੇ ਆਦਮੀ ਦੇ ਬਾਰੇ ਦੱਸ ਦਿਓ ਜਿਹੜਾ ਮੇਰੀ ਸਮੱਸਿਆ ਨੂੰ ਹੱਲ ਕਰ ਸਕੇ। ਉਸੇ ਸਮੇਂ ਇੱਕ ਮੰਤਰੀ ਬੋਲਿਆ ਕਿ ਮਹਾਰਾਜ, ਸਾਡੇ ਗੁਆਂਢੀ ਰਾਜ ਵਿੱਚ ਇੱਕ ਬਹੁਤ ਹੀ ਮਹਾਨ ਸੰਤ ਰਹਿੰਦੇ ਹਨ। ਮੈਂ ਯਕੀਨ ਨਾਲ ਤਾਂ ਨਹੀਂ ਕਹਿ ਸਕਦਾ, ਪਰ ਸ਼ਾਇਦ ਉਹ ਤੁਹਾਡੀ ਸਮੱਸਿਆ ਨੂੰ ਸੁਲਝਾ ਸਕਦੇ ਹਨ। ਤੁਸੀਂ ਇੱਕ ਵਾਰ ਉਹਨਾਂ ਨੂੰ ਜ਼ਰੂਰ ਮਿਲ ਕੇ ਆਓ। ਇਹ ਸੁਣ ਕੇ ਸਮਰਾਟ ਅਗਲੇ ਹੀ ਦਿਨ ਆਪਣੇ ਕੁਝ ਸੈਨਿਕਾਂ ਨੂੰ ਲੈ ਕੇ ਉਸ ਸੰਤ ਦੇ ਕੋਲ ਪਹੁੰਚ ਜਾਂਦਾ ਹੈ। ਸੰਤ ਦੇ ਕੋਲ ਪਹੁੰਚ ਕੇ ਸਮਰਾਟ ਉਹਨਾਂ ਨੂੰ ਆਪਣੀ ਸਾਰੀ ਸਮੱਸਿਆ ਦੱਸਦਾ ਹੈ। ਉਸ ਸਮੱਸਿਆ ਨੂੰ ਸੁਣ ਕੇ ਉਹ ਸੰਤ ਕਹਿੰਦਾ ਹੈ ਕਿ ਮਹਾਰਾਜ, ਮੇਰੇ ਕੋਲ ਵੀ ਅਜਿਹਾ ਕੋਈ ਸੂਤਰ ਨਹੀਂ ਹੈ, ਨਾ ਹੀ ਮੈਂ ਕਦੇ ਇਸ ਦੇ ਬਾਰੇ ਵਿੱਚ ਵਿਚਾਰ ਕੀਤਾ ਹੈ, ਪਰ ਮੇਰੇ ਗੁਰੂ ਨੇ ਮੈਨੂੰ ਇੱਕ ਅੰਗੂਠੀ ਦਿੱਤੀ ਸੀ। ਇਹ ਅੰਗੂਠੀ ਜਿਹੜੀ ਤੂੰ ਮੇਰੀ ਉਂਗਲ ਵਿੱਚ ਦੇਖ ਰਿਹਾ ਹੈ, ਇਹ ਮੈਨੂੰ ਮੇਰੇ ਗੁਰੂ ਨੇ ਭੇਂਟ ਕੀਤੀ ਹੋਈ ਹੈ। ਮੇਰੇ ਗੁਰੂ ਨੇ ਮੈਨੂੰ ਇਹ ਅੰਗੂਠੀ ਦਿੰਦੇ ਹੋਏ ਕਿਹਾ ਸੀ ਕਿ ਇਸ ਅੰਗੂਠੀ ਦੇ ਪੱਥਰ ਦੇ ਹੇਠਾਂ ਦੋ ਪਰਚੀਆਂ ਹਨ, ਜਿਨ੍ਹਾਂ ਉੱਤੇ ਇੱਕ ਮੰਤਰ ਲਿਖਿਆ ਹੋਇਆ ਹੈ। ਇੱਕ ਪਰਚੀ ਪੀਲੇ ਰੰਗ ਦੀ ਹੈ ਅਤੇ ਦੂਜੀ ਪਰਚੀ ਲਾਲ ਰੰਗ ਦੀ ਹੈ। ਅਤੇ ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਕਿ ਜਦੋਂ ਵੀ ਤੇਰੇ ਜੀਵਨ ਵਿੱਚ ਬੁਰੇ ਤੋਂ ਬੁਰਾ ਸਮਾਂ ਆਵੇ, ਜਦੋਂ ਤੈਨੂੰ ਲੱਗੇ ਕਿ ਸਭ ਕੁਝ ਖਤਮ ਹੋ ਗਿਆ ਹੈ ਅਤੇ ਹੁਣ ਤਾਂ ਜਿਉਣ ਦਾ ਕੋਈ ਮਤਲਬ ਹੀ ਨਹੀਂ,
ਤਾਂ ਤੂੰ ਇਹ ਪੀਲੇ ਰੰਗ ਦੀ ਪਰਚੀ ਨੂੰ ਖੋਲ ਕੇ ਦੇਖੀ। ਉਸ ਵਿੱਚ ਤੈਨੂੰ ਇੱਕ ਅਜਿਹਾ ਮੰਤਰ ਮਿਲੂਗਾ ਜਿਹੜਾ ਤੈਨੂੰ ਉਸ ਪ੍ਰਸਥਿਤੀ ਵਿੱਚੋਂ ਬਾਹਰ ਕੱਢ ਦੇਵੇਗਾ। ਅਤੇ ਦੂਸਰੀ ਪਰਚੀ ਤੂੰ ਉਦੋਂ ਖੋਲੀ ਜਦੋਂ ਤੂੰ ਆਪਣੇ ਜੀਵਨ ਵਿੱਚ ਸਭ ਕੁਝ ਹਾਸਲ ਕਰ ਲਏਗਾ। ਜਦੋਂ ਤੈਨੂੰ ਲੱਗੇ ਕਿ ਜੀਵਨ ਵਿੱਚ ਮੈਂ ਸਭ ਕੁਝ ਹਾਸਲ ਕਰ ਲਿਆ ਹੈ, ਹੁਣ ਤਾਂ ਹਾਸਲ ਕਰਨ ਲਈ ਕੁਝ ਰਿਹਾ ਹੀ ਨਹੀਂ, ਉਦੋਂ ਤੂੰ ਉਹ ਲਾਲ ਪਰਚੀ ਖੋਲੀ। ਇਸ ਤੋਂ ਬਾਅਦ ਉਸ ਸੰਤ ਨੇ ਕਿਹਾ ਕਿ ਮੈਨੂੰ ਤਾਂ ਆਪਣੇ ਜੀਵਨ ਵਿੱਚ ਇਸ ਦੀ ਜ਼ਰੂਰਤ ਹੀ ਨਹੀਂ ਪਈ, ਕਿਉਂਕਿ ਮੇਰੇ ਕੋਲ ਅਜਿਹਾ ਸਮਾਂ ਹੀ ਨਹੀਂ ਆਇਆ ਕਿ ਮੈਨੂੰ ਇਹ ਪਰਚੀ ਖੋਲ ਕੇ ਦੇਖਣ ਦੀ ਲੋੜ ਪਏ। ਇਸ ਲਈ ਇਹ ਪਰਚੀ ਮੈਂ ਤੈਨੂੰ ਦੇ ਦਿੰਦਾ ਹਾਂ। ਇਹ ਕਹਿੰਦੇ ਹੋਏ ਸੰਤ ਨੇ ਉਹ ਪਰਚੀਆਂ ਵਾਲੀ ਅੰਗੂਠੀ ਸਮਰਾਟ ਨੂੰ ਦੇ ਦਿੱਤੀ। ਸਮਰਾਟ ਨੇ ਵੀ ਉਹ ਅੰਗੂਠੀ ਸਵੀਕਾਰ ਕਰ ਲਈ ਅਤੇ ਆਪਣੇ ਰਾਜ ਵਿੱਚ ਵਾਪਸ ਆ ਗਿਆ। ਸਮਾਂ ਇਦਾਂ ਹੀ ਚੱਲਦਾ ਰਿਹਾ। ਬਹੁਤ ਸਾਲ ਲੰਘ ਗਏ। ਰਾਜ ਪੂਰਾ ਖੁਸ਼ਹਾਲ ਸੀ। ਅਕਸਰ ਸਮਰਾਟ ਦੇ ਮਨ ਵਿੱਚ ਉਸ ਅੰਗੂਠੀ ਨੂੰ ਦੇਖ ਕੇ ਇਹ ਖਿਆਲ ਆਉਂਦਾ ਸੀ ਕਿ ਇੱਕ ਵਾਰ ਖੋਲ ਕੇ ਤਾਂ ਦੇਖਦਾ ਹਾਂ ਕਿ ਇਸ ਵਿੱਚ ਕਿਹੜਾ ਮੰਤਰ ਲਿਖਿਆ ਹੋਇਆ ਹੈ। ਪਰ ਉਹ ਉਸ ਸੰਤ ਦੀ ਗੱਲ ਨੂੰ ਯਾਦ ਕਰਕੇ ਉਹਨਾਂ ਪਰਚੀਆਂ ਨੂੰ ਨਹੀਂ ਦੇਖਦਾ ਸੀ। ਉਹ ਸੋਚਦਾ ਸੀ ਕਿ ਜੇਕਰ ਮੈਂ ਇਹਨਾਂ ਪਰਚੀਆਂ ਨੂੰ ਖੋਲ ਲਵਾਂਗਾ ਤਾਂ ਇਹਨਾਂ ਦਾ ਮੰਤਰ ਬੇਅਸਰ ਹੋ ਜਾਵੇਗਾ। ਇਸ ਲਈ ਉਸਨੇ ਸਧਾਰਨ ਪ੍ਰਸਥਿਤੀਆਂ ਵਿੱਚ ਉਹਨਾਂ ਪਰਚੀਆਂ ਨੂੰ ਨਹੀਂ ਖੋਲ੍ਹਿਆ। ਪਰ ਸਮੇਂ ਦੀ ਇੱਕ ਖਾਸੀਅਤ ਹੁੰਦੀ ਹੈ, ਉਹ ਬਦਲਦਾ ਰਹਿੰਦਾ ਹੈ। ਅਤੇ ਇਸੇ ਤਰ੍ਹਾਂ ਇੱਕ ਦਿਨ ਉਸ ਦੇ ਰਾਜ ਤੇ ਗਵਾਂਢੀ ਰਾਜੇ ਨੇ ਹਮਲਾ ਕਰ ਦਿੱਤਾ। ਸਮਰਾਟ ਨੇ ਆਪਣੇ ਸੈਨਿਕਾਂ ਨਾਲ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ, ਪਰ ਉਹਨਾਂ ਦੀ ਸੈਨਾ ਬਹੁਤ ਵੱਡੀ ਸੀ, ਜਿਸ ਦੀ ਵਜ੍ਹਾ ਕਰਕੇ ਸਮਰਾਟ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਹਾਰਨ ਤੋਂ ਬਾਅਦ ਉਸ ਦਾ ਰਾਜ ਤਹਿਸ-ਨਹਿਸ ਹੋ ਗਿਆ। ਸਾਰੇ ਘਰ ਬਰਬਾਦ ਹੋ ਗਏ ਅਤੇ ਸਾਰੇ ਸੈਨਿਕ ਮਾਰੇ ਗਏ। ਅਖੀਰ ਵਿੱਚ ਸਮਰਾਟ ਨੂੰ ਆਪਣੀ ਜਾਨ ਬਚਾਉਣ ਲਈ ਆਪਣੇ ਕੁਝ ਸੈਨਿਕਾਂ ਦੇ ਨਾਲ ਉੱਥੋਂ ਭੱਜਣਾ ਪਿਆ। ਸਮਰਾਟ ਦਾ ਪਰਿਵਾਰ ਵੀ ਇਸ ਯੁੱਧ ਵਿੱਚ ਖਤਮ ਹੋ ਗਿਆ ਸੀ। ਹੁਣ ਸਮਰਾਟ ਸਿਰਫ ਇਕੱਲਾ ਰਹਿ ਗਿਆ ਸੀ ਅਤੇ ਉਹ ਆਪਣੀ ਜਾਨ ਬਚਾਉਣ ਲਈ ਪਹਾੜੀ ਰਾਸਤਿਆਂ ਵਿੱਚੋਂ ਦੀ ਭੱਜਣਾ ਸ਼ੁਰੂ ਕਰ ਦਿੰਦਾ ਹੈ। ਉਸ ਦੇ ਨਾਲ ਕੁਝ ਸੈਨਿਕ ਵੀ ਹੁੰਦੇ ਹਨ, ਪਰ ਥੋੜੇ ਸਮੇਂ ਬਾਅਦ ਸੈਨਿਕ ਵੀ ਉਸ ਦਾ ਸਾਥ ਛੱਡ ਕੇ ਭੱਜ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਦੂਸਰੀ ਸੈਨਾ ਦੇ ਜਿਹੜੇ ਸੈਨਿਕ ਉਹਨਾਂ ਦਾ ਪਿੱਛਾ ਕਰ ਰਹੇ ਹਨ, ਉਹ ਸਮਰਾਟ ਨੂੰ ਮਾਰਦੇ ਸਮੇਂ ਉਹਨਾਂ ਨੂੰ ਵੀ ਜਿਉਂਦਾ ਨਹੀਂ ਛੱਡਣਗੇ। ਅਤੇ ਉਹ ਇਹੀ ਸੋਚ ਕੇ ਆਪਣੇ ਸਮਰਾਟ ਨੂੰ ਛੱਡ ਕੇ ਉੱਥੋਂ ਭੱਜ ਜਾਂਦੇ ਹਨ। ਹੁਣ ਸਮਰਾਟ ਇਕੱਲਾ ਰਹਿ ਗਿਆ ਸੀ। ਕੋਈ ਵੀ ਉਸ ਦਾ ਸਾਥ ਦੇਣ ਵਾਲਾ ਨਹੀਂ ਸੀ। ਉਹ ਮੁਸ਼ਕਲ ਪਹਾੜੀਆਂ ਨੂੰ ਪਾਰ ਕਰਦਾ ਹੋਇਆ ਬਚਦਾ ਬਚਾਉਂਦਾ ਇਕੱਲਾ ਆਪਣੇ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਸੀ। ਪਰ ਦੂਸਰੀ ਸੈਨਾ ਦੇ ਸੈਨਿਕ ਕਿਸੇ ਵੀ ਕੀਮਤ ਤੇ ਉਸ ਨੂੰ ਲੱਭ ਕੇ ਮਾਰ ਦੇਣਾ ਚਾਹੁੰਦੇ ਸੀ ਅਤੇ ਪਿੱਛਾ ਕਰਦੇ ਹੋਏ ਉਹ ਉਸ ਦੇ ਬਹੁਤ ਕੋਲ ਪਹੁੰਚ ਜਾਂਦੇ ਹਨ। ਇੱਕਦਮ ਸਮਰਾਟ ਨੂੰ ਉਹਨਾਂ ਦੇ ਆਉਣ ਦੀ ਭਣਕ ਲੱਗ ਜਾਂਦੀ ਹੈ। ਸਮਰਾਟ ਉਸੇ ਸਮੇਂ ਆਪਣੇ ਘੋੜੇ ਤੋਂ ਉਤਰ ਕੇ ਝਾੜੀਆਂ ਵਿੱਚ ਲੁਕ ਜਾਂਦਾ ਹੈ। ਸਮਰਾਟ ਜਦੋਂ ਝਾੜੀਆਂ ਵਿੱਚ ਲੁਕਿਆ ਹੋਇਆ ਸੀ ਤਾਂ ਸੈਨਿਕਾਂ ਦੇ ਕਦਮਾਂ ਦੀ ਆਵਾਜ਼ ਨਾਲ ਸਮਰਾਟ ਦਾ ਦਿਲ ਸਹਿਮ ਜਾਂਦਾ ਹੈ। ਝਾੜੀਆਂ ਵਿੱਚ ਲੁਕੇ ਸਮਰਾਟ ਨੂੰ ਇੱਕਦਮ ਉਹ ਅੰਗੂਠੀ ਯਾਦ ਆਉਂਦੀ ਹੈ ਅਤੇ ਉਸਨੇ ਲੁਕੇ ਹੋਏ ਹੀ ਉਸ ਅੰਗੂਠੀ ਦੇ ਉੱਤੇ ਵਾਲਾ ਪੱਥਰ ਕੱਢਿਆ ਅਤੇ ਉਸ ਵਿੱਚੋਂ ਪੀਲੇ ਰੰਗ ਦੀ ਪਰਚੀ ਕੱਢ ਲਈ, ਜਿਹੜੀ ਸੰਤ ਨੇ ਬੁਰੇ ਸਮੇਂ ਲਈ ਦੱਸੀ ਸੀ। ਸਮਰਾਟ ਨੇ ਉਹ ਪਰਚੀ ਖੋਲ ਕੇ ਪੜ੍ਹੀ ਅਤੇ ਉਸ ਤੋਂ ਬਾਅਦ ਉਸ ਦੇ ਚਿਹਰੇ ਤੇ ਥੋੜੀ ਖੁਸ਼ੀ ਝਲਕਣ ਲੱਗੀ। ਉਸ ਪਰਚੀ ਤੇ ਲਿਖਿਆ ਸੀ ਕਿ ਇਹ ਵਕਤ ਹੈ, ਇਹ ਵੀ ਲੰਘ ਜਾਵੇਗਾ। ਇਹ ਮੰਤਰ ਪੜ੍ਹਨ ਤੋਂ ਬਾਅਦ ਉਸ ਸਮਰਾਟ ਦੇ ਮਨ ਨੂੰ ਬਹੁਤ ਹਿੰਮਤ ਮਿਲੀ ਅਤੇ ਉਹ ਉੱਥੇ ਹੀ ਲੁਕਿਆ ਰਿਹਾ। ਪੂਰੀ ਰਾਤ ਲੱਭਣ ਤੋਂ ਬਾਅਦ ਜਦੋਂ ਸੈਨਿਕਾਂ ਨੂੰ ਸਮਰਾਟ ਕਿਤੇ ਵੀ ਨਹੀਂ ਮਿਲਿਆ ਤਾਂ ਉਹ ਉੱਥੋਂ ਖਾਲੀ ਹੱਥ ਵਾਪਸ ਚਲੇ ਗਏ। ਇਸ ਤੋਂ ਬਾਅਦ ਅਗਲੇ ਦਿਨ ਸਵੇਰੇ ਸਮਰਾਟ ਉਹਨਾਂ ਝਾੜੀਆਂ ਵਿੱਚੋਂ ਬਾਹਰ ਨਿਕਲ ਆਉਂਦਾ ਹੈ। ਇਹ ਮੰਤਰ ਸਮਰਾਟ ਨੂੰ ਬਹੁਤ ਸਾਰਥਕ ਲੱਗਿਆ ਕਿ ਵਕਤ ਹੈ, ਇਹ ਵੀ ਲੰਘ ਜਾਵੇਗਾ। ਇਸ ਨਾਲ ਉਸ ਨੂੰ ਬਹੁਤ ਜ਼ਿਆਦਾ ਹਿੰਮਤ ਮਿਲੀ। ਉਸਨੇ ਆਪਣੀ ਬਚੀ ਖੁਚੀ ਸੈਨਿਕ ਟੁਕੜੀ ਨਾਲ ਫਿਰ ਤੋਂ ਸੈਨਾ ਤਿਆਰ ਕਰ ਲਈ ਅਤੇ ਕੁਝ ਸਮੇਂ ਬਾਅਦ ਉਸਨੇ ਆਪਣੇ ਨਾਲ ਦੇ ਰਾਜਾਂ ਤੋਂ ਮਦਦ ਲੈ ਕੇ
ਉਸ ਦੁਸ਼ਮਣ ਰਾਜੇ ਤੇ ਹਮਲਾ ਕਰ ਦਿੱਤਾ। ਉਸਨੇ ਪੂਰੀ ਹਿੰਮਤ ਨਾਲ ਉਹ ਜੰਗ ਲੜੀ ਅਤੇ ਅਖੀਰ ਵਿੱਚ ਉਹ ਜੰਗ ਜਿੱਤ ਗਿਆ। ਉਸ ਨੂੰ ਇਹ ਜੰਗ ਜਿੱਤਣ ਤੋਂ ਬਾਅਦ ਆਪਣਾ ਰਾਜ ਵਾਪਸ ਮਿਲ ਗਿਆ। ਹੁਣ ਰਾਜੇ ਦੇ ਫੇਰ ਤੋਂ ਉਹੀ ਦਿਨ ਵਾਪਸ ਆ ਗਏ ਸਨ, ਬਲਕਿ ਹੁਣ ਉਹ ਹੋਰ ਵੀ ਪ੍ਰਸਿੱਧ ਹੋ ਗਿਆ ਸੀ, ਕਿਉਂਕਿ ਉਸਨੇ ਇੱਕ ਛੋਟੀ ਜਿਹੀ ਸੈਨਾ ਨਾਲ ਇੱਕ ਬਹੁਤ ਵੱਡੀ ਸੈਨਿਕ ਸ਼ਕਤੀ ਵਾਲੇ ਰਾਜੇ ਨੂੰ ਹਰਾ ਦਿੱਤਾ ਸੀ, ਜਿਸ ਨਾਲ ਪੂਰੇ ਦੇਸ਼ ਵਿੱਚ ਉਸ ਦੀ ਪ੍ਰਸਿੱਧੀ, ਉਸ ਦਾ ਮਾਣ ਸਨਮਾਨ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਵੱਧ ਗਿਆ ਸੀ। ਅਤੇ ਹੁਣ ਉਸ ਸਮਰਾਟ ਨੂੰ ਲੱਗਣ ਲੱਗਾ ਕਿ ਮੈਂ ਆਪਣੇ ਜੀਵਨ ਵਿੱਚ ਸਭ ਕੁਝ ਫਤਿਹ ਕਰ ਲਿਆ ਹੈ। ਹੁਣ ਜੀਵਨ ਵਿੱਚ ਕੁਝ ਹਾਸਲ ਕਰਨ ਲਈ ਨਹੀਂ ਰਿਹਾ ਹੈ, ਸਭ ਕੁਝ ਮੈਂ ਭੋਗ ਕੇ ਦੇਖ ਲਿਆ ਹੈ। ਉਸ ਸਮੇਂ ਉਸ ਨੂੰ ਉਹ ਅੰਗੂਠੀ ਫੇਰ ਤੋਂ ਯਾਦ ਆਈ। ਉਸ ਨੂੰ ਯਾਦ ਆਇਆ ਕਿ ਉਸ ਸੰਤ ਨੇ ਕਿਹਾ ਸੀ ਕਿ ਇਸ ਵਿੱਚ ਜੋ ਲਾਲ ਪਰਚੀ ਹੈ ਉਸ ਨੂੰ ਉਸ ਵਕਤ ਖੋਲੀ ਜਦੋਂ ਤੇਰੇ ਕੋਲ ਸਭ ਕੁਝ ਹੋਵੇ, ਜਦੋਂ ਤੈਨੂੰ ਕਿਸੇ ਚੀਜ਼ ਦੀ ਇੱਛਾ ਨਾ ਰਹੇ ਅਤੇ ਜਦੋਂ ਤੈਨੂੰ ਲੱਗੇ ਕਿ ਤੂੰ ਸਭ ਕੁਝ ਹਾਸਲ ਕਰ ਲਿਆ ਹੈ। ਇਹ ਸੋਚ ਕੇ ਉਸਨੇ ਅੰਗੂਠੀ ਦਾ ਉਹ ਪੱਥਰ ਚੁੱਕਿਆ ਅਤੇ ਉਸ ਦੇ ਹੇਠੋਂ ਲਾਲ ਰੰਗ ਦੀ ਪਰਚੀ ਕੱਢ ਲਈ। ਉਸਨੇ ਉਹ ਪਰਚੀ ਖੋਲ ਕੇ ਦੇਖੀ ਅਤੇ ਦੇਖਣ ਤੋਂ ਬਾਅਦ ਉਸ ਦੇ ਚਿਹਰੇ ਉੱਤੇ ਉਦਾਸੀ ਛਾ ਗਈ। ਅਜਿਹਾ ਉਸ ਪਰਚੀ ਵਿੱਚ ਕੀ ਲਿਖਿਆ ਸੀ? ਉਸ ਪਰਚੀ ਉੱਤੇ ਲਿਖਿਆ ਸੀ ਕਿ ਇਹ ਵੀ ਵਕਤ ਹੈ, ਇਹ ਵੀ ਲੰਘ ਜਾਵੇਗਾ। ਕੁਝ ਸਮਾਂ ਉਦਾਸ ਰਹਿਣ ਤੋਂ ਬਾਅਦ ਉਹ ਸਮਰਾਟ ਜ਼ੋਰ-ਜ਼ੋਰ ਦੀ ਹੱਸਣ ਲੱਗਦਾ ਹੈ, ਕਿਉਂਕਿ ਉਹਨਾਂ ਪਰਚੀਆਂ ਵਿੱਚ ਉਸ ਨੂੰ ਪੂਰੇ ਜੀਵਨ ਦਾ ਸਾਰ ਮਿਲ ਗਿਆ ਸੀ। ਸਾਰੇ ਗ੍ਰੰਥਾਂ ਦਾ ਗਿਆਨ ਉਸ ਪਰਚੀ ਵਿੱਚ ਸਮਾਇਆ ਹੋਇਆ ਸੀ। ਮੰਤਰ ਇੱਕ ਹੀ ਸੀ ਕਿ ਇਹ ਵੀ ਵਕਤ ਹੈ, ਲੰਘ ਜਾਵੇਗਾ। ਪਰ ਇਹੀ ਸਾਰੀਆਂ ਕਿਤਾਬਾਂ ਦਾ, ਇਹੀ ਸਾਰੇ ਸ਼ਾਸਤਰਾਂ ਦਾ ਅਤੇ ਇਹੀ ਸਾਰਾ ਗਿਆਨ ਹੈ ਜਿਹੜਾ ਇਸ ਪੰਕਤੀ ਵਿੱਚ ਸਮਾਇਆ ਹੋਇਆ ਹੈ ਕਿ ਇਹ ਵੀ ਵਕਤ ਹੈ, ਲੰਘ ਜਾਵੇਗਾ। ਅਕਸਰ ਅਸੀਂ ਜਦੋਂ ਅਸਫਲ ਹੁੰਦੇ ਹਾਂ ਤਾਂ ਸਾਡਾ ਮਨ ਬਹੁਤ ਨਿਰਾਸ਼ਾ ਨਾਲ ਭਰ ਜਾਂਦਾ ਹੈ। ਸਾਨੂੰ ਕੋਈ ਵੀ ਰਾਸਤਾ ਨਜ਼ਰ ਨਹੀਂ ਆਉਂਦਾ। ਪਰ ਜੇ ਅਜਿਹੇ ਵਕਤ ਵਿੱਚ ਵੀ ਇਨਸਾਨ ਇਹ ਮੰਤਰ ਯਾਦ ਰੱਖੇ ਕਿ ਇਹ ਵੀ ਵਕਤ ਹੈ, ਲੰਘ ਜਾਵੇਗਾ, ਤਾਂ ਉਹ ਇਨਸਾਨ ਕਦੇ ਵੀ ਹਿੰਮਤ ਨਹੀਂ ਹਾਰ ਸਕਦਾ ਅਤੇ ਨਾ ਹੀ ਕਦੇ ਉਦਾਸੀ ਉਸ ਨੂੰ ਘੇਰ ਸਕਦੀ ਹੈ। ਅਜਿਹੇ ਇਨਸਾਨ ਫੇਰ ਤੋਂ ਨਵੀਂ ਸ਼ੁਰੂਆਤ ਕਰਦੇ ਹਨ ਅਤੇ ਜੀਵਨ ਵਿੱਚ ਅੱਗੇ ਵਧਦੇ ਹੋਏ ਸਫਲਤਾ ਹਾਸਲ ਕਰ ਲੈਂਦੇ ਹਨ। ਪਰ ਸਫਲਤਾ ਹਾਸਲ ਕਰਨ ਤੋਂ ਬਾਅਦ ਵੀ ਉਹਨਾਂ ਵਿੱਚ ਅਕਸਰ ਹੰਕਾਰ ਆ ਜਾਂਦਾ ਹੈ। ਮਨ ਹੰਕਾਰ ਨੂੰ ਫੜ ਹੀ ਲੈਂਦਾ ਹੈ। ਪਰ ਜੇ ਅਜਿਹੇ ਵਕਤ ਵਿੱਚ ਵੀ ਇਨਸਾਨ ਇਸ ਮੰਤਰ ਨੂੰ ਯਾਦ ਰੱਖੇ ਕਿ ਇਹ ਵੀ ਵਕਤ ਹੈ ਅਤੇ ਇਹ ਵੀ ਲੰਘ ਜਾਵੇਗਾ, ਤਾਂ ਉਸ ਇਨਸਾਨ ਵਿੱਚ ਸਫਲਤਾ ਤੋਂ ਬਾਅਦ ਵੀ ਹੰਕਾਰ ਨਹੀਂ ਆਵੇਗਾ ਅਤੇ ਇਸ ਇੱਕ ਮੰਤਰ ਦੇ ਰਾਹੀਂ ਇਨਸਾਨ ਸੁੱਖ ਅਤੇ ਦੁੱਖ, ਸਫਲਤਾ ਅਤੇ ਅਸਫਲਤਾ ਤੋਂ ਪਾਰ ਪਾ ਸਕਦਾ ਹੈ। ਧੰਨਵਾਦ।